ਸ਼੍ਰੀ ਅਕਾਲ ਦੋਸਤੋ, ਮੈਂ ਜੀਤ ਹਰਜੀਤ ਕੁਲਵੰਤ ਸਿੰਘ ਬਿਰਖ ਹੋਰਾਂ ਦੀ ਕਹਾਣੀ ਨਵੇਂ ਲੋਕ ਲੈ ਕੇ ਹਾਜ਼ਰ ਹਾਂ। ਮੈਂ ਆਪਣੇ ਇੱਕ ਪੁਰਾਣੇ ਸ਼ਾਗਿਰਦ ਕੋਲ ਠਹਿਰਿਆ ਹੋਇਆ ਸਾਂ। ਸ਼ਾਗਿਰਦ ਕਾਹਦਾ ਸੀ, ਹੁਣ ਤੇ ਦੋਸਤ ਹੀ ਸੀ। ਪੜ੍ਹਦੇ ਹੁੰਦਿਆਂ ਮੁੰਡੇ ਕੁਝ ਥੋੜ੍ਹੀ ਜਿਹੀ ਸੰਗ ਕਰਦੇ ਨੇ, ਪਰ ਜਦੋਂ ਕਾਲਜੋਂ ਨਿਕਲ ਕੇ ਕੰਮਕਾਜ 'ਤੇ ਲੱਗ ਜਾਣ ਤਾਂ ਆਪਣੇ ਪ੍ਰੋਫੈਸਰਾਂ ਦੇ ਮਿੱਤਰ ਬਣ ਜਾਂਦੇ ਨੇ। ਪ੍ਰੋਫੈਸਰਾਂ ਦੇ ਬਹੁਤੇ ਦੋਸਤ ਇਸ ਤਰ੍ਹਾਂ ਆਪਣੇ ਤੋਂ ਛੋਟੀ ਉਮਰ ਦੇ ਹੀ ਹੁੰਦੇ ਨੇ। ਮੇਰਾ ਇੱਕ ਮਿੱਤਰ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਉਸ ਮਕਾਨ ਦਾ ਮਾਲਕ ਇੱਕ ਸਰਕਾਰੀ ਨੌਕਰ ਸੀ, ਜਿਸ ਦੀ ਬਦਲੀ ਹੁਣ ਇਸੇ ਸ਼ਹਿਰ ਵਿੱਚ ਹੋ ਗਈ ਸੀ। ਇਸ ਮਕਾਨ ਵਿੱਚ ਉਹ ਆਪ ਰਹਿਣਾ ਚਾਹੁੰਦਾ ਸੀ ਤੇ ਮੇਰੇ ਮਿੱਤਰ ਨੂੰ ਵਾਰ-ਵਾਰ ਆਖ ਰਿਹਾ ਸੀ ਕਿ ਉਹ ਕੋਈ ਹੋਰ ਮਕਾਨ ਲੱਭ ਲਵੇ। ਉਸ ਦਾ ਮੁੰਡਾ ਹਰ ਰੋਜ਼ ਆ ਕੇ ਕਿਸੇ ਨਾ ਕਿਸੇ ਖਾਲੀ ਮਕਾਨ ਦੀ ਦੱਸ ਵੀ ਪਾ ਜਾਂਦਾ ਸੀ, ਤਾਂ ਜੋ ਉਹਨਾਂ ਦਾ ਮਕਾਨ ਛੇਤੀ ਖਾਲੀ ਹੋ ਜਾਵੇ। ਇੱਕ ਮਕਾਨ ਦੀ ਦੱਸ ਉਹ ਅੱਜ ਸਵੇਰੇ ਹੀ ਪਾ ਕੇ ਗਿਆ ਸੀ। ਸ਼ਾਮ ਨੂੰ ਮੇਰਾ ਮਿੱਤਰ ਕਹਿਣ ਲੱਗਾ, ਪ੍ਰੋਫੈਸਰ ਸਾਹਿਬ, ਚਲੋ ਮਕਾਨ ਵੇਖਣ ਚੱਲੀਏ। ਇਹੋ ਜਿਹੇ ਕੰਮ ਵਿੱਚ ਮੇਰੇ ਲਈ ਕੀ ਪਿਆ ਸੀ। ਇਹ ਨਵਾਂ ਮਕਾਨ ਹੁਣ ਵਾਲੇ ਮਕਾਨ ਤੋਂ ਅੱਧ ਕੁ ਮੀਲ ਦੀ ਦੂਰੀ 'ਤੇ ਇੱਕ ਨਵੀਂ ਆਬਾਦੀ ਵਿੱਚ ਸੀ। ਮੈਂ ਆਪਣੇ ਲਈ ਕਦੀ ਮਕਾਨ ਲੱਭਣ ਨਹੀਂ ਗਿਆ। ਜਾਂ ਕਾਲਜ ਦੇ ਦਿੱਤੇ ਮਕਾਨ ਵਿੱਚ ਰਿਹਾ ਹਾਂ ਜਾਂ ਆਪਣੇ ਮਕਾਨ ਵਿੱਚ। ਮੇਰਾ ਅੰਦਾਜ਼ਾ ਸੀ ਕਿ ਉੱਥੇ ਰਸੋਈਆਂ, ਗੁਸਲਖਾਨਿਆਂ, ਟੱਟੀਆਂ, ਰਸਤਿਆਂ, ਕੰਧਾਂ, ਦਰਵਾਜ਼ਿਆਂ, ਕਿਰਾਇਆਂ ਦੀਆਂ ਹੀ ਗੱਲਾਂ ਹੋਣਗੀਆਂ। ਮੈਂ ਕੀ ਕਰਨਾ ਏ? ਨਹੀਂ ਪ੍ਰੋਫੈਸਰ ਸਾਹਿਬ, ਤੁਸੀਂ ਚੱਲੋ। ਕਿਰਾਏ ਉੱਤੇ ਮਕਾਨ ਲੈਣਾ ਤਾਂ ਬਹੁਤ ਹੀ ਮਜ਼ੇਦਾਰ ਕੰਮ ਏ। ਇਸ ਤਰ੍ਹਾਂ ਏ ਜਿਵੇਂ ਕਿਸੇ ਦਾ ਬੱਚੇ ਨੂੰ ਗੋਦ ਲੈ ਰਹੇ ਹੋਈਏ ਜਾਂ ਮਤਵੰਨਾ ਬਣਾ ਰਹੇ ਹੋ। ਮਕਾਨ ਵਾਲੇ ਤੁਹਾਨੂੰ ਉਸ ਦੀਆਂ ਚੰਗੀਆਂ ਗੱਲਾਂ ਦੱਸਦੇ ਨੇ, ਅੱਖਾਂ ਨਾਲ ਤੁਹਾਡੇ ਵਿੱਚੋਂ ਦੀ ਲੰਘ ਜਾਣਾ ਚਾਹੁੰਦੇ ਨੇ ਭਈ ਇਹ ਕਿਸ ਤਰ੍ਹਾਂ ਦਾ ਆਦਮੀ ਹੈ, ਕਿਰਾਇਆ ਦੇ ਸਕਣਗੇ ਕਿ ਨਹੀਂ। ਤੇ ਇਸ ਤਰ੍ਹਾਂ ਸਾਰੇ ਸਿਲਸਿਲੇ ਦਾ ਕੋਈ ਅੱਗਾ ਪਿੱਛਾ ਨਹੀਂ। ਤੁਸੀਂ ਬਰੂਹਾਂ ਲੰਘੇ ਤਾਂ ਕਿੱਸਾ ਸ਼ੁਰੂ, ਮੁੜ ਆਓ ਤਾਂ ਕਿੱਸਾ ਖਤਮ। ਬੜਾ ਸਵਾਦੀ ਕੰਮ ਹੈ, ਚਲੋ ਚੱਲੀਏ। ਅਸੀਂ ਤੁਰ ਪਏ। ਦੱਸੀਆਂ ਹੋਈਆਂ ਨਿਸ਼ਾਨੀਆਂ ਤੋਂ 2 ਮੰਜ਼ਿਲਾ ਮਕਾਨ ਅਸਾਂ ਲੱਭ ਲਿਆ। ਮੱਥੇ ਉੱਤੇ ਨਾਂ ਲਿਖਿਆ ਹੋਇਆ ਸੀ, ਜਿਹੜਾ ਕਿਸੇ ਜਨਾਨੀ ਦਾ ਨਾਂ ਪਿੱਛੇ ਸੀ। ਇਹ ਮਕਾਨ ਬਹੁਤ ਵਧੀਆ ਬਣਿਆ ਹੋਇਆ ਸੀ। ਹੋ ਸਕਦਾ ਸੀ ਕਿ ਇਹ ਜਿੰਨਾ ਕਿਰਾਇਆ ਮੇਰਾ ਮਿੱਤਰ ਦੇ ਸਕਦਾ ਸੀ ਉਹਨੇ ਵਿੱਚ ਨਾ ਮਿਲੇ, ਪਰ ਵੇਖਣ ਦਾ ਕੋਈ ਮੁੱਲ ਨਹੀਂ ਲੱਗਦਾ। ਹੁਣ ਆਏ ਤਾਂ ਹੋਏ ਹਾਂ। ਨਾਲ ਦੇ ਮਕਾਨ ਵਾਲੇ ਨੇ ਦੱਸਿਆ ਕਿ ਮਕਾਨ ਦਾ ਮਾਲਕ ਹਰ ਰੋਜ਼ ਅੰਮ੍ਰਿਤਸਰ ਤੁਰ ਜਾਂਦਾ ਏ, ਰਾਤ ਪਈ ਪਰਤਦਾ ਏ। ਬੀਬੀ ਦੁੱਧ ਲੈ ਕੇ ਆਈ ਹੈ, ਉਹ ਪਰੇ ਖੜੀ ਹੈ, ਉਹ ਗੱਲਬਾਤ ਕਰ ਲਵੇਗੀ। ਮਕਾਨ ਦੀ ਮਾਲਕਣ ਹੱਥ ਵਿੱਚ ਕੁੰਡੇ ਵਾਲਾ ਇੱਕ ਡੱਬਾ ਲਮਕਾਈ ਇੱਕ ਹੋਰ ਜਨਾਨੀ ਨਾਲ ਗੱਲਾਂ ਕਰ ਰਹੀ ਸੀ। ਇਹ ਦੂਜੀ ਜਨਾਨੀ ਕੋਈ ਘਰਾਂ ਵਿੱਚ ਕੰਮ ਕਰਨ ਵਾਲੀ ਜਾਪਦੀ ਸੀ, ਪਰ ਮਾਲਕਣ ਉਸ ਨਾਲ ਬੜੀਆਂ ਹੱਸ-ਹੱਸ ਕੇ ਗੱਲਾਂ ਕਰ ਰਹੀ ਸੀ। ਅਸੀਂ ਦੂਜੇ ਘਰ ਦੇ ਸਾਹਮਣੇ ਖਲੋਤੇ ਸਾਂ, ਇਸ ਲਈ ਉਸਨੂੰ ਇਹ ਖਿਆਲ ਨਹੀਂ ਹੋ ਸਕਦਾ ਸੀ ਕਿ ਅਸੀਂ ਉਸਨੂੰ ਮਿਲਣ ਆਏ ਹਾਂ। ਉਹ ਖੜੀ ਉਸ ਨਾਲ ਗੱਲਾਂ ਕਰੀ ਗਈ। ਬੜੀ ਮਿਲਾਪੜੀ ਜਾਪਦੀ ਹੈ, ਮੇਰੇ ਮਿੱਤਰ ਨੇ ਕਿਹਾ। ਉਸਨੂੰ ਇਸ ਗੱਲ ਦੀ ਖੁਸ਼ੀ ਸੀ ਕਿਉਂਕਿ ਮਕਾਨ ਦੇ ਉਤਲੇ ਹਿੱਸੇ ਵਿੱਚ ਉਹ ਆਪ ਰਹਿੰਦੇ ਸਨ ਤੇ ਹੇਠਲਾ ਹਿੱਸਾ ਕਿਰਾਏ ਉੱਤੇ ਦੇ ਦਿੰਦੇ ਸਨ। ਚੰਗਾ ਸੁਭਾਅ ਕਰਕੇ ਦੋਹਾਂ ਘਰਾਂ ਦੀ ਆਪੋ ਵਿੱਚ ਵਾਹਵਾ ਨਿਭ ਸਕਦੀ ਹੈ। ਉੱਥੇ ਖਲੋਤੀ ਉਹ ਡੀਲ ਡੌਲ ਤੇ ਜਵਾਨ ਲੱਗਦੀ ਸੀ। ਇਸ ਤਰ੍ਹਾਂ ਉਹ ਮੇਰੇ ਦੋਸਤ ਦੀ ਪਤਨੀ ਦੀ ਹਾਨਣ ਜਿਹੀ ਵੀ ਸੀ। ਉਸਦਾ ਮੂੰਹ ਸਿੱਧਾ ਸਾਡੇ ਵੱਲ ਨਹੀਂ ਸੀ, ਕਵਾਸੀ ਜਿਹੀ ਖਲੋਤੀ ਸੀ। ਸ਼ਾਮ ਦਾ ਸੂਰਜ ਉਸਦੀ ਧੌਣ ਦੇ ਮੂੰਹ ਦੇ ਇੱਕ ਪਾਸੇ ਨੂੰ ਲਿਸ਼ਕਾ ਰਿਹਾ ਸੀ। ਦੂਰੋਂ ਉਹ ਸੋਹਣੀ ਜਾਪਦੀ ਸੀ। ਦੂਜੀ ਇਸਤਰੀ ਨੂੰ ਵਿਦਾ ਕਰਕੇ ਉਹ ਘਰ ਵੱਲ ਆਈ। ਅਸੀਂ ਵੀ ਨਾਲ ਦਾ ਘਰ ਛੱਡ ਕੇ ਉਸ ਦੇ ਬੂਹੇ ਅੱਗੇ ਹੋ ਖਲੋਤੇ। ਸਾਨੂੰ ਖਲੋਤਿਆਂ ਨੂੰ ਵੇਖ ਕੇ ਉਹ ਸਮਝ ਗਈ ਕਿ ਮਕਾਨ ਵੇਖਣ ਵਾਲੇ ਆਏ ਨੇ। ਉਸਨੇ ਪਹਿਲੇ ਵਾਲਾ ਖੇੜਾ ਆਪਣੇ ਚਿਹਰੇ ਉੱਤੇ ਲੈ ਆਂਦਾ। ਉਸਦੀ ਮੁਸਕਰਾਹਟ ਅੱਧੀ ਨਮਸਕਾਰ ਸੀ, ਬਾਕੀ ਅੱਧੀ ਅਸਾਂ ਕੀਤੀ। ਉਸਨੇ ਗੇਟ ਖੋਲ੍ਹਿਆ। ਬਰਾਂਡਾ ਬਹੁਤ ਸੋਹਣਾ ਸੀ। ਬਾਹਰ ਥੋੜ੍ਹੇ ਜਿਹੇ ਥਾਂ ਵਿੱਚ ਘਾਹ ਲੱਗਾ ਹੋਇਆ ਸੀ। ਸਾਡੇ ਉੱਤੇ ਮਕਾਨ ਦਾ ਬਹੁਤ ਚੰਗਾ ਪ੍ਰਭਾਵ ਪਿਆ, ਪਰ ਮਾਲਕਣ ਨੇ ਉਸਨੂੰ ਗੌਲਿਆ ਨਾ। ਉਸਦਾ ਧਿਆਨ ਦੁੱਧ ਦੇ ਡੱਬੇ ਤੋਂ ਖਲਾਸੀ ਕਰਵਾਉਣ ਵਿੱਚ ਸੀ। ਉਸਨੇ ਕਿਸੇ ਨੂੰ ਆਵਾਜ਼ ਦਿੱਤੀ। ਇੱਕ ਔਰਤ ਕੋਠੇ ਤੋਂ ਉਤਰੀ। ਉਸਨੇ ਡੱਬਾ ਉਸਨੂੰ ਫੜਾ ਦਿੱਤਾ। ਵਿਹਲੀ ਹੋ ਕੇ ਉਹ ਤਾਂ ਧਿਆਨ ਕੀਤਾ ਤੇ ਮੁਸਕਰਾ ਕੇ ਕਿਹਾ, ਇੱਧਰ ਸਾਹਮਣੇ ਅੰਦਰ ਬੰਦ ਕੀਤਾ ਹੋਇਆ ਏ, ਦੂਜੇ ਪਾਸੇ ਆ ਜਾਓ। ਅਸੀਂ ਖੁਸ਼ੀ-ਖੁਸ਼ੀ ਉਸਦੇ ਪਿੱਛੇ ਟੁਰ ਪਏ। ਪਿਛਲੇ ਪਾਸੇ ਇੱਕ ਹੋਰ ਵਰਾਂਡਾ ਸੀ। ਗੁੱਠ ਵਿੱਚ ਇੱਕ ਕਮਰਾ ਸੀ। ਉਸਨੇ ਕੁੰਡਾ ਖੋਲ੍ਹਿਆ। ਅਸੀਂ ਅੰਦਰ ਵੜ ਗਏ। ਉਹ ਬਾਹਰ ਹੀ ਖਲੋਤੀ ਰਹੀ। ਮੇਰੇ ਮਿੱਤਰ ਨੇ ਗੌਰ ਨਾਲ ਫਰਸ਼ ਵੱਲ ਵੇਖਿਆ, ਜਿਹੜਾ ਬਹੁਤ ਵਧੀਆ ਤੇ ਸਾਫ਼ ਸੀ।
ਫਰਸ਼ 'ਤੇ ਚਿਪਸ ਲਵਾਏ ਹੋਏ ਨੇ ਨਾ, ਜਰਾ ਸਾਫ਼ ਰਹਿੰਦਾ ਏ, ਮਾਲਕਣ ਨੇ ਕਿਹਾ। ਹਾਂਜੀ, ਤੇ ਫਿਰ ਥੋੜ੍ਹਾ ਜਿਹਾ ਝੱਕ ਕੇ ਮੇਰੇ ਮਿੱਤਰ ਨੇ ਕਿਹਾ, ਇਸ ਉੱਤੇ ਤਾਂ ਕੁਝ ਡੁੱਲਿਆ ਹੋਵੇ ਤਾਂ ਚੁੱਕ ਕੇ ਖਾਣ ਵਿੱਚ ਵੀ ਕੋਈ ਹਰਜ ਨਹੀਂ। ਮਾਲਕਣ, ਜਿਹੜੀ ਹੱਸੀ ਕਰਦੀ ਸੀ, ਖੁੱਲ੍ਹ ਕੇ ਹੱਸ ਪਈ। ਹੁਣ ਜਦੋਂ ਉਸ ਹੋਰ ਕਮਰਾ ਖੋਲ੍ਹਿਆ ਤਾਂ ਆਪ ਵੀ ਸਾਡੇ ਨਾਲ ਹੀ ਆ ਗਈ। ਉਹ ਕਮਰਿਆਂ ਦੀਆਂ ਅਲਮਾਰੀਆਂ ਬਾਰੀਆਂ ਖੋਲ੍ਹ ਕੇ ਵਿਖਾਉਂਦੀ ਰਹੀ ਤੇ ਹਰ ਕਮਰੇ ਦੀ ਵਰਤੋਂ ਦੱਸਦੀ ਰਹੀ। ਰਸੋਈ ਸਭ ਕਮਰਿਆਂ ਤੋਂ ਸੋਹਣੀ ਸੀ, ਅੰਗਰੇਜ਼ੀ ਢੰਗ ਨਾਲ ਬਣਾਈ ਹੋਈ ਸੀ ਤੇ ਬਹੁਤ ਵੱਡੀ, ਜਿਸ ਵਿੱਚ ਮੇਜ਼ ਲਾ ਕੇ ਰੋਟੀ ਖਾਧੀ ਜਾ ਸਕੇ। ਸਭ ਤੋਂ ਵੱਧ ਜ਼ੋਰ ਅਸਾਂ ਰਸੋਈ ਉੱਤੇ ਲਾਇਆ ਏ, ਮਾਲਕਣ ਨੇ ਬੜੇ ਫਖਰ ਨਾਲ ਕਿਹਾ। ਇਸ ਦਾ ਸੁੱਖ ਤੁਹਾਡੀ ਭੈਣ ਨੂੰ ਹੋਊ, ਮੇਰੇ ਮਿੱਤਰ ਨੇ ਆਪਣੀ ਵਹੁਟੀ ਨੂੰ ਵਿਚਾਲੇ ਲਿਆਉਂਦੇ ਹੋਏ ਕਿਹਾ। ਹੁਣ ਤੱਕ ਕਿਰਾਇਆ ਪੁੱਛਣ ਤੋਂ ਬਿਨਾਂ ਸਾਨੂੰ ਇਹ ਵਿਸ਼ਵਾਸ ਹੋ ਗਿਆ ਸੀ ਕਿ ਮਕਾਨ ਮੇਰੇ ਮਿੱਤਰ ਦੀ ਸਮਰੱਥਾ ਤੋਂ ਬਾਹਰ ਹੋਵੇਗਾ, ਪਰ ਅਸੀਂ ਇੱਕਦਮ ਨਾ ਨਹੀਂ ਕਰਨਾ ਚਾਹੁੰਦੇ ਸਾਂ। ਕੁਝ ਮਾਲਕਣ ਦੇ ਕਰਜ਼ੇ ਹੇਠ ਆਏ ਮਹਿਸੂਸ ਕਰਦੇ ਸਾਂ। ਬੜਾ ਸ਼ਾਨਦਾਰ ਮਕਾਨ ਬਣਾਇਆ ਤੁਸਾਂ, ਮੇਰੇ ਮਿੱਤਰ ਨੇ ਹੋਰ ਗੱਲਾਂ ਕਰਨ ਲਈ ਕਿਹਾ। ਪਹਿਲਾਂ ਅਸੀਂ ਬਾਹਰ ਰਹਿੰਦੇ ਸਾਂ, ਫਿਰ ਪੰਜਾਬ ਆਏ ਤਾਂ ਸੋਚਿਆ ਜੇ ਇੱਥੇ ਹੀ ਰਹਿਣਾ ਹੈ ਤਾਂ ਮਕਾਨ ਆਪਣਾ ਹੀ ਪਾ ਲਈਏ। ਬਣਾਉਂਦਿਆਂ ਵੱਡਾ ਬਣ ਗਿਆ। ਬਾਹਰ ਕਿੱਥੇ? ਅਸਾਮ ਵਿੱਚ। ਉੱਥੇ ਇਹਨਾਂ ਦੀ ਰੇਡੀਓ ਦੀ ਦੁਕਾਨ ਸੀ, ਫੇਲ ਹੋ ਗਈ। ਹੁਣ ਅੰਮ੍ਰਿਤਸਰ ਰੇਡੀਓ ਦੀ ਦੁਕਾਨ ਸ਼ੁਰੂ ਕੀਤੀ ਹੈ। ਰੋਜ਼ ਸਵੇਰੇ ਜਾਂਦੇ ਨੇ, ਰਾਤ ਨੂੰ ਆਉਂਦੇ ਨੇ। ਖਿਆਲ ਸੀ ਜੇ ਇੱਥੇ ਸੜਕ ਬਣ ਗਈ ਤਾਂ ਇੱਥੇ ਮਕਾਨ ਵਿੱਚ ਹੀ ਦੁਕਾਨ ਸ਼ੁਰੂ ਕਰ ਦਿਆਂਗੇ, ਪਰ ਲੜਾਈ ਕਰਕੇ ਸੜਕ ਰੁਕ ਗਈ। ਉਸਨੇ ਮਕਾਨ ਦੇ ਅੱਗੇ ਵੱਡੀ ਸੜਕ ਪਈ ਥਾਂ ਵੱਲ ਇਸ਼ਾਰਾ ਕਰਕੇ ਕਿਹਾ, ਤੁਸੀਂ ਇੱਥੋਂ ਦੇ ਹੀ ਰਹਿਣ ਵਾਲੇ ਲੱਗਦੇ ਹੋ? ਮੇਰੇ ਮਿੱਤਰ ਨੇ ਪੁੱਛਿਆ, ਕਿਉਂਕਿ ਉਹ ਇੱਥੋਂ ਦੇ ਰਹਿਣ ਵਾਲੀ ਨਹੀਂ ਲੱਗਦੀ ਸੀ। ਹਾਂ, ਇਸੇ ਜ਼ਿਲ੍ਹੇ ਦੇ ਰਹਿਣ ਵਾਲੇ ਨੇ। ਪਿੰਡ ਜ਼ਮੀਨ ਏ ਬਹੁਤ ਤੇ ਮਕਾਨ ਬਣਾਉਣ ਲਈ ਵੇਚ ਦਿੱਤੀ ਏ। ਕੁਝ ਅਜੇ ਹੈ, ਅੰਦਰ ਦਾਣੇ ਪਏ ਹੋਏ ਵੇਖੇ ਤੁਸਾਂ ਨੇ। ਉਹ ਜ਼ਮੀਨ ਤੋਂ ਆਏ ਨੇ। ਮੈਂ ਆਪ ਉਂਝ ਦਿੱਲੀ ਦੀ ਹਾਂ। ਹਾਂ, ਕੁਝ ਲੱਗਦਾ ਸੀ ਤੁਸੀਂ ਇੱਥੋਂ ਦੇ ਨਹੀਂ, ਮੇਰੇ ਮਿੱਤਰ ਨੇ ਮੁਹਾਂਦਰੇ ਬਾਰੇ ਗੱਲ ਕਰਨ ਦਾ ਹੌਸਲਾ ਕਰਦੇ ਹੋਏ ਕਿਹਾ। ਫਿਰ ਅਚੱਕ ਕੇ ਉਸ ਪੁੱਛਿਆ, ਇੱਥੇ ਗੁਆਂਢ ਕਿਸ ਤਰ੍ਹਾਂ ਦਾ ਏ? ਗੁਆਂਢ ਤੇ ਤੁਹਾਡੇ ਸਾਹਮਣੇ ਖਲੋਤਾ ਏ, ਕਹਿ ਕੇ ਮਾਲਕਣ ਹੱਸ ਪਈ। ਅਸੀਂ ਦੋਵੇਂ ਜ਼ੋਰ ਦੀ ਹੱਸੇ। ਫਿਰ ਮੇਰੇ ਮਿੱਤਰ ਨੇ ਸੰਭਲ ਕੇ ਕਿਹਾ, ਨਹੀਂ, ਮੇਰਾ ਮਤਲਬ ਸੀ ਦੂਜੇ ਉਹ ਵੀ ਚੰਗੇ ਨੇ। ਅੱਛਾ, ਕਿਰਾਇਆ ਕਿੰਨਾ ਦੱਸਾਂ ਆਪਣੀ ਵਹੁਟੀ ਨੂੰ? ਫੈਸਲਾ ਤਾਂ ਉਸੇ ਨੇ ਹੀ ਕਰਨਾ ਏ, ਅਸਾਂ ਤਾਂ ਜਾ ਕੇ ਦੱਸ ਦੇਣਾ ਏ, ਮੇਰੇ ਮਿੱਤਰ ਨੇ ਆਪਣੇ ਆਪ ਨੂੰ ਨਾ ਕਰਨ ਦਾ ਜ਼ਿੰਮੇਵਾਰੀ ਤੋਂ ਬਚਾਉਂਦੇ ਹੋਏ ਕਿਹਾ। ਮਾਲਕਣ ਨੇ ਕਿਰਾਇਆ ਦੱਸਿਆ। ਸੱਚੀ ਮੁੱਚੀ ਬਹੁਤ ਜ਼ਿਆਦਾ ਸੀ, ਪਰ ਮੇਰੇ ਮਿੱਤਰ ਨੇ ਪਤਾ ਨਾ ਲੱਗਣ ਦਿੱਤਾ ਕਿ ਉਸ ਨੂੰ ਜ਼ਿਆਦਾ ਸਮਝਦਾ ਹੈ। ਚੰਗਾ, ਮੈਂ ਉਸ ਨਾਲ ਸਲਾਹ ਕਰਕੇ ਕੱਲ੍ਹ ਤੁਹਾਨੂੰ ਦੱਸ ਦਿਆਂਗਾ, ਉਸਨੇ ਟੁਰਨ ਲਈ ਮਨ ਬਣਾਉਂਦੇ ਹੋਏ ਕਿਹਾ। ਚੰਗਾ ਜੀ, ਪਰ ਸਾਡੇ ਤੁਰਨ ਤੋਂ ਪਹਿਲਾਂ ਮਾਲਕਣ ਨੇ ਪੁੱਛਿਆ, ਉਹ ਵੀ ਨੌਕਰੀ ਕਰਦੇ ਨੇ ਕਿ ਮੇਰੇ ਵਾਂਗ ਘਰ ਹੀ ਰਹਿੰਦੇ ਨੇ? ਤੁਹਾਡੇ ਵਾਂਗ ਹੀ, ਮੇਰੇ ਮਿੱਤਰ ਨੇ ਉਹਦੇ ਘਰੇ ਰਹਿਣ ਨੂੰ ਰੀਸਯੋਗ ਬਣਾਉਂਦੇ ਹੋਏ ਕਿਹਾ। ਬੱਚੇ ਕਿੰਨੇ ਨੇ ਤੁਹਾਡੇ? ਉਹ ਬੱਚਿਆਂ ਲਈ ਵੀ ਸਾਥ ਮੰਗਦੀ ਸੀ। 2, ਇੱਕ 3 ਸਾਲ ਦਾ, ਇੱਕ 1 ਸਾਲ ਦਾ। ਉਮਰਾਂ ਵੀ ਠੀਕ ਬੈਠੀਆਂ ਸਨ। ਉਸ ਦੀ ਮੇਰੇ ਮਿੱਤਰ ਨੂੰ ਕਿਰਾਏਦਾਰ ਬਣਾਉਣ ਦੀ ਇੱਛਾ ਹੋਰ ਵੱਧ ਗਈ ਸੀ। ਤੁਹਾਡਾ ਦਫ਼ਤਰ ਕਿੱਥੇ ਹੈ? ਨੇੜੇ ਹੀ ਏ ਇੱਥੋਂ। ਜੇ ਦਫ਼ਤਰ ਦੂਰ ਹੋਇਆ ਤਾਂ ਸ਼ਾਇਦ ਇਹ ਮਕਾਨ ਨਾ ਲੈਣ। ਹਾਂ, ਨੇੜੇ ਹੀ ਏ, ਬਸ ਅੱਧਾ ਕਮੀਲ। ਕੰਮ ਕੀ ਕਰਦੇ ਹੋ ਤੁਸੀਂ? ਇਹੋ ਜਿਹੇ ਬੰਦੇ ਭਲਾ ਕਿਸ ਤਰ੍ਹਾਂ ਨੌਕਰੀਆਂ ਕਰਦੇ ਨੇ? ਮੈਂ ਫੈਕਟਰੀ ਇੰਸਪੈਕਟਰ ਹਾਂ, ਕਾਰਖਾਨੇ ਵੇਖਣਾ ਵਾਂ। ਉਹਨੂੰ ਇਹ ਕਾਫੀ ਰੋਹਬ ਵਾਲਾ ਕੰਮ ਲੱਗਾ। ਚੰਗਾ, ਤੁਸੀਂ ਕੱਲ੍ਹ ਮੈਨੂੰ ਦੱਸ ਜਾਣਾ, ਉਹਨਾਂ ਨਾਲ ਸਲਾਹ ਕਰਕੇ ਉਸਨੇ ਕਿਹਾ ਤੇ ਅਸੀਂ ਨਮਸਕਾਰ ਕਰਕੇ ਬਾਹਰ ਨਿਕਲ ਆਏ। ਜਾਂਦੀ ਵਾਰੀ ਮੈਂ ਚੁੱਪ ਸਾਂ। ਇਸ ਮਿਲਣੀ ਦਾ ਮੇਰੇ ਉੱਤੇ ਬਹੁਤ ਅਸਰ ਹੋਇਆ ਸੀ ਤੇ ਉਸ ਅਸਰ ਨੂੰ ਮੈਂ ਪਚਾ ਰਿਹਾ ਸਾਂ। ਇਹੋ ਜਿਹੇ ਅਸਰ ਪਹੁੰਚਾਉਣ ਵਿੱਚ ਮੈਨੂੰ ਕਈ ਵਾਰੀ 2-2, 3-3 ਦਿਨ ਲੱਗ ਜਾਂਦੇ ਨੇ। ਤੁਸੀਂ ਚੁੱਪ ਕਿਉਂ ਪ੍ਰੋਫੈਸਰ ਸਾਹਿਬ? ਮੇਰੇ ਮਿੱਤਰ ਨੇ ਪੁੱਛਿਆ। ਮੈਂ ਚੁੱਪ ਕਿਉਂ ਸਾਂ? ਸ਼ਾਇਦ ਮੈਨੂੰ 20 ਸਾਲ ਪਹਿਲਾਂ ਜੰਮੇ ਹੋਣ ਉੱਤੇ ਅਫਸੋਸ ਹੋ ਰਿਹਾ ਸੀ। ਮੈਂ ਆਪਣੇ ਮਿੱਤਰ ਨੂੰ ਕਿਹਾ, ਜਦੋਂ ਅਸੀਂ ਤੇਰੇ ਜਿੱਡੇ ਹੁੰਦੇ ਸਾਂ ਤਾਂ ਕਿਸੇ ਓਪਰੀ ਜਨਾਨੀ ਨਾਲ ਇੰਨੀਆਂ ਗੱਲਾਂ ਕਰਨ ਲਈ ਸਾਨੂੰ ਲਾਹੌਰ ਹੀਰਾ ਮੰਡੀ ਜਾਣਾ ਪੈਂਦਾ ਸੀ। ਧੰਨਵਾਦ ਦੋਸਤੋ। ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਇਸ ਬਾਰੇ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਓ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।